ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ, ਛੋਟੇ ਘੁੰਮਣਾ ਵਾਲੇ। ਸਾਖੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਦਸੰਬਰ 1971 ਵਿੱਚ ਹਿੰਦ ਪਾਕਿਸਤਾਨ ਦੀ ਲੜਾਈ ਲੱਗੀ ਹੋਈ ਸੀ। ਜੰਗ ਸ਼ੁਰੂ ਹੋਏ ਨੂੰ ਅੱਜ 14ਵਾਂ ਦਿਨ ਸੀ। ਦੋਵਾਂ ਪਾਸਿਆਂ ਤੋਂ ਘਮਸਾਨ ਗੋਲਾਬਾਰੀ ਹੋ ਰਹੀ ਸੀ। ਧੂਆਂਧਾਰ ਵਾਤਾਵਰਣ ਸੀ। ਰਾਤ ਨੂੰ ਮੁਕੰਮਲ ਕਰਫਿਊ ਅਤੇ ਠਿਕਰੀ ਪਹਿਰੇ ਲੱਗਦੇ ਹੁੰਦੇ ਸੀ। ਕੋਈ ਵੀ ਰਾਤ ਨੂੰ ਦੀਵਾ ਨਹੀਂ ਸੀ ਜਗਾਉਂਦਾ। ਸੂਰਜ ਦੀ ਰੋਸ਼ਨੀ ਵਿੱਚ ਹੀ ਲੋਕ ਲੰਗਰ ਪਾਣੀ ਛਕ ਕੇ ਅੰਦਰ ਵੜ ਜਾਂਦੇ ਸਨ। ਅਜਿਹੇ ਭਿਆਨਕ ਮਾਹੌਲ ਵਿੱਚ ਧੰਨ ਉਹ ਸੂਰਮੇ ਬਹਾਦਰ ਸਨ ਜੋ ਦੇਸ਼ ਧਰਮ ਦੀ ਖਾਤਰ ਸਰਹੱਦਾਂ ਤੇ ਜੰਗ ਦੇ ਭਖਵੇਂ ਮੈਦਾਨ ਵਿੱਚ ਡਟ ਕੇ ਖੜੇ ਸਨ। ਬਹੁਤ ਸਾਰੇ ਸ਼ਹੀਦੀ ਜਾਮ ਵੀ ਪੀ ਰਹੇ ਸਨ। ਬਹੁਤ ਸਾਰੇ ਧਰਮੀ ਫੌਜੀਆਂ ਦੀਆਂ ਲਾਸ਼ਾਂ ਉਹਨਾਂ ਦੇ ਕਈ ਘਰਾਂ ਨੂੰ ਆ ਰਹੀਆਂ ਸਨ। ਯੁੱਧ ਦਾ ਜ਼ੋਰ ਹੋਰ ਵੀ ਵੱਧ ਗਿਆ ਤੇ ਜੰਗ ਬੰਦੀ ਦੇ ਕੋਈ ਅਸਾਰ ਨਜ਼ਰ ਨਹੀਂ ਸਨ ਆਉਂਦੇ। ਧਰਮੀ ਫੌਜੀਆਂ ਦੀਆਂ ਮਾਵਾਂ, ਭੈਣਾਂ ਤੇ ਪਤਨੀਆਂ ਨੇ ਆਪੋ ਆਪਣੀ ਸਮਰੱਥਾ ਤੇ ਸ਼ਰਧਾ ਅਨੁਸਾਰ ਜਗਰਾਤੇ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਉਣੇ ਸੁੱਕੇ ਹੋਏ ਸਨ, ਤਾਂ ਕਿ ਉਹਨਾਂ ਦਾ ਪਿਆਰਾ ਪੁੱਤਰ, ਵੀਰ ਜਾਂ ਪਤੀ ਸੁਖੀ ਸੰਦੀ ਘਰ ਆ ਸਕੇ। ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦਾ ਵਸਨੀਕ ਮੇਜਰ ਰਾਮ ਸਿੰਘ, ਜੋ ਇਸ ਵੇਲੇ ਯੂਪੀ ਵਿੱਚ ਰਹਿ ਰਹੇ ਨੇ, ਯੁੱਧ ਦੇ ਇਸ ਭਖਵੇਂ ਮੈਦਾਨ ਵਿੱਚ ਆਪਣੀ ਡਿਊਟੀ ਬੜੀ ਜ਼ਿੰਮੇਵਾਰੀ ਨਾਲ ਨਿਭਾ ਰਹੇ ਸਨ। ਮੇਜਰ ਰਾਮ ਸਿੰਘ ਦੀ ਪਲਟਨ ਬਾਰਡਰ ਦੇ ਨੇੜੇ ਹੀ ਸੀ। ਅਚਾਨਕ ਰੱਬ ਦਾ ਭਾਣਾ ਅਜਿਹਾ ਹੋਇਆ ਕਿ ਮੇਜਰ ਰਾਮ ਸਿੰਘ ਨਾਲ ਜੁੜਿਆ ਹੋਇਆ ਸਾਰੇ ਦਾ ਸਾਰਾ ਕੰਟਰੋਲ ਪ੍ਰਬੰਧ ਡੈੱਡ ਹੋ ਗਿਆ। ਇਸ ਦੀ ਕਮਾਂਡ ਹੇਠ ਕੰਮ ਕਰਨ ਵਾਲੇ ਫੌਜੀ ਯੋਧਿਆਂ ਕੋਲ ਅਸਲਾ ਵੀ ਸੀਮਤ ਮਾਤਰਾ ਵਿੱਚ ਹੀ ਰਹਿ ਗਿਆ ਸੀ ਅਤੇ ਰਾਸ਼ਨ ਦੀ ਸਪਲਾਈ ਵੀ ਬੰਦ ਹੋ ਗਈ। ਮੋਰਚਿਆਂ ਵਿੱਚ ਲੜ ਰਹੇ ਫੌਜੀ ਜਵਾਨ ਘਬਰਾ ਗਏ। ਹੁਣ ਉਹਨਾਂ ਨੂੰ ਵਾਇਰਲੈਸ ਰਾਹੀਂ ਹੌਸਲਾ ਵਧਾਈ ਵੀ ਨਹੀਂ ਸੀ ਆ ਰਹੀ। ਪਾਸਾ ਕਮਜ਼ੋਰ ਹੁੰਦਾ ਵੇਖ ਕੇ ਪਾਕਿਸਤਾਨੀ ਫੌਜਾਂ ਨੇ ਹੋਰ ਜ਼ੋਰ ਦੀ ਹੱਲਾ ਬੋਲ ਦਿੱਤਾ। ਭੁੱਖੇ ਧਰਮੀ ਫੌਜੀਆਂ ਨੇ ਵੀ ਆਪਣਾ ਜ਼ੋਰ ਵਧਾ ਦਿੱਤਾ। ਸ਼ਹੀਦਾਂ ਦੇ ਮ੍ਰਿਤਕ ਸਰੀਰ ਵਾਪਸ ਘਰਾਂ ਨੂੰ ਆਉਣ ਲੱਗੇ। ਮੇਜਰ ਰਾਮ ਸਿੰਘ ਦੇ ਪਰਿਵਾਰਕ ਜੀਆਂ ਨੇ ਸੁੱਖ ਸ਼ਾਂਤੀ ਲਈ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ। ਬੋਹੜੀ ਸਾਹਿਬ ਵਾਲੇ ਪਾਠੀਆਂ ਨੇ ਜਾ ਕੇ ਪਾਠ ਕੀਤਾ। ਮੇਜਰ ਸਾਹਿਬ ਦੀ ਸੁੱਖ ਸ਼ਾਂਤੀ ਅਤੇ ਮੋਰਚਾ ਫਤਿਹ ਲਈ ਅਰਦਾਸ ਹੋਈ। ਅਗਲੇ ਦਿਨ ਮੇਜਰ ਸਾਹਿਬ ਦਾ ਪਰਿਵਾਰ ਬਾਬਾ ਜੀ ਦੇ ਡੇਰੇ ਘੁੰਮਣੀ ਆਣ ਹਾਜ਼ਰ ਹੋਇਆ। ਦਿਨ ਦੇ 2:30 ਵਜੇ ਦਾ ਸਮਾਂ ਸੀ। ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਕੋ ਕੱਚੇ ਕੋਠੇ ਵਿੱਚ ਤਖਤ ਪੋਸ਼ ਤੇ ਬੈਠੇ ਹੋਏ ਸਨ। ਸੰਗਤ ਕੋਈ 80-90 ਦੀ ਗਿਣਤੀ ਵਿੱਚ ਬੈਠੀ ਹੋਈ ਸੀ। ਗੁਰਬਾਣੀ ਦੀਆਂ ਸਟੀਕ ਪੋਥੀਆਂ ਦਾ ਪਾਠ ਸਰਵਣ ਕਰ ਰਹੀ ਸੀ। ਸਭ ਪਾਸਿਓਂ ਸ਼ਾਂਤੀ ਸੀ, ਆਨੰਦ ਸੀ। ਗੁਰਬਾਣੀ ਦੀਆਂ ਮਹਿਕਾਂ ਨੇ ਵਾਤਾਵਰਨ ਨੂੰ ਸੁਹਾਵਣਾ ਬਣਾਇਆ ਹੋਇਆ ਸੀ। ਅਚਾਨਕ ਇੱਕ ਭੈਣ ਅੱਖਾਂ ਵਿੱਚੋਂ ਅੱਥਰੂ ਕੇਰਦਿਆਂ ਹੋਇਆਂ ਸੰਤ ਜੀ ਦੇ ਚਰਨਾਂ 'ਤੇ ਧੜਮ ਕਰਕੇ ਡਿੱਗ ਪਈ। ਰੋ ਰੋ ਕੇ ਚਰਨ ਧੋ ਸੁੱਟੇ। ਬਾਬਾ ਜੀ, ਬਖਸ਼ੋ, ਸਾਡੀਆਂ ਪਾਪੀਆਂ ਦੀਆਂ ਭੁੱਲਾਂ ਬਖਸ਼ੋ, ਮਿਹਰ ਕਰ ਦਿਓ। ਜੰਗ ਫਤਿਹ ਹੋਵੇ ਤੇ ਸਾਡਾ ਸਰਦਾਰ ਜਿਉਂਦਾ ਜਾਗਦਾ ਘਰ ਪਰਤੇ। ਸੰਤ ਜੀ ਚੁੱਪ ਰਹੇ। ਸੇਵਕਾਂ ਨੂੰ ਬਚਨ ਕੀਤਾ ਕਿ ਇਹਨਾਂ ਨੂੰ ਲੱਸੀ ਦਾ ਬਾਟਾ ਪਿਲਾਓ। ਵਾਹਿਗੁਰੂ ਜੀ। ਸੰਤ ਜੀ ਚੁੱਪ ਰਹੇ। ਸੇਵਕਾਂ ਨੂੰ ਬਚਨ ਕੀਤਾ ਕਿ ਇਹਨਾਂ ਨੂੰ ਲੱਸੀ ਦਾ ਬਾਟਾ ਪਿਲਾਓ ਤੇ ਇੱਕ ਇੱਕ ਮੰਨੀ ਪ੍ਰਸ਼ਾਦਾ ਵੀ ਛਕਾਓ। ਗੁਰਬਾਣੀ ਦਾ ਪਾਠ ਕੁਝ ਚਿਰ ਲਈ ਬੰਦ ਹੋ ਗਿਆ। ਮਹਾਂਪੁਰਖ ਕਿੰਨਾ ਚਿਰ ਚੁੱਪ ਹੋ ਗਏ। ਇਉਂ ਲੱਗ ਰਿਹਾ ਸੀ ਜਿਵੇਂ ਪਤਾ ਨਹੀਂ ਕਿਹੜੇ ਅਗੰਮੀ ਦੇਸ਼ਾਂ ਵਿੱਚ ਸੁਰਤੀ ਜੋੜੀ ਬੈਠੇ ਹੋਣ। ਸੰਗਤ ਸਭ ਕੁਝ ਵੇਖ ਰਹੀ ਸੀ। ਆਪਣੀ ਮੌਜ ਵਿੱਚ ਆਏ ਮਹਾਂਪੁਰਖ ਪਤਾ ਨਹੀਂ ਕਿਸ ਨਾਲ ਗੱਲਾਂ ਕਰਨ ਲੱਗ ਪਏ ਜੋ ਬੈਠੀ ਹੋਈ ਸੰਗਤ ਨੇ ਸਰਵਣ ਕੀਤੀਆਂ। ਤਗੜਾ ਹੋ, ਸ਼ੇਰਾਂ ਵਾਂਗੂ ਫਿਰ, ਦਿਲ ਨਾ ਛੱਡ। ਇਹ ਬਚਨ ਸੰਤ ਜੀ ਨੇ 2 ਵੇਰ ਉਚਾਰਨ ਕੀਤਾ। ਸੰਗਤ ਹੈਰਾਨ ਸੀ ਕਿ ਨੇਤਰ ਟਿਕਾ ਕੇ ਸੰਤ ਜੀ ਕਿਹੜੇ ਦੇਸ਼ ਉਡਾਰੀਆਂ ਮਾਰ ਰਹੇ ਹਨ। ਨੇਤਰ ਖੋਲ੍ਹੇ। ਬੈਠੀ ਸੰਗਤ ਵੱਲ ਨੇਤਰ ਭਰ ਕੇ ਤੱਕਿਆ ਅਤੇ ਕੋਲ ਬੈਠੀ ਦੁਖੀ ਫਰਿਆਦੀ ਔਰਤ ਨੂੰ ਸੰਬੋਧਨ ਕਰਕੇ ਬੋਲੇ, ਚੰਗਾ ਭਲਾ ਵਾ, ਕੁਝ ਨਹੀਂ ਹੋਇਆ ਉਹਨੂੰ।
ਜਾਓ ਪਹਿਰੇ ਲੱਗ ਜਾਓ, ਭਾਵ ਕਿ ਚਲੇ ਜਾਓ। ਦਿਲ ਵਿੱਚ ਭਜਨ ਕਰੋ, ਖਬਰੇ ਬਾਬਾ ਨਾਨਕ ਮਿਹਰ ਕਰ ਦੇਵੇ। ਉਧਰ ਲੜਾਈ ਦੇ ਪੱਖਵੇਂ ਮੈਦਾਨ ਤੇ ਮੋਰਚਿਆਂ ਵਿੱਚ ਵਰਦੀਆਂ ਗੋਲੀਆਂ ਅਤੇ ਤੋਪਾਂ ਦੀ ਠਾਹ ਠਾਹ ਵਿੱਚ, ਜਿੱਥੇ ਕੋਈ ਮਨੁੱਖ ਤਾਂ ਕੀ ਪੰਛੀ ਵੀ ਉੱਡ ਕੇ ਨਹੀਂ ਸੀ ਜਾ ਸਕਦਾ, ਮੇਜਰ ਰਾਮ ਸਿੰਘ ਮੋਰਚੇ ਵਿੱਚ ਬੈਠਾ ਸਿਰ ਹੇਠਾਂ ਸੁੱਟ ਕੇ ਡੂੰਘੀ ਸੋਚ ਵਿੱਚ ਸੀ। ਰਾਸ਼ਨ ਖਤਮ ਸੀ, ਕੰਟਰੋਲ ਬੰਦ ਪਿਆ ਸੀ, ਯੁੱਧ ਤੇਜ਼ ਹੋ ਗਿਆ ਸੀ। ਹੁਣ ਕੀ ਬਣੇਗਾ? ਡੂੰਘੀ ਸੋਚ ਵਿੱਚ ਡੁੱਬੇ ਹੋਏ ਮੇਜਰ ਰਾਮ ਸਿੰਘ ਦੀ ਸੁਰਤੀ ਉਸ ਵੇਲੇ ਅਚਾਨਕ ਉਖੜ ਗਈ ਜਦੋਂ ਉਸਨੇ ਉਸ ਦੇ ਮੋਰਚੇ ਵਿੱਚ ਇੱਕ ਬਜ਼ੁਰਗ ਦੇ ਦਰਸ਼ਨ ਕੀਤੇ। ਹੱਥ ਵਿੱਚ ਲੰਬਾ ਜਿਹਾ ਸੋਟਾ, ਖੱਦਰ ਦਾ ਪਹਿਰਾਵਾ, ਤੇੜ ਲੰਗੋਟੀ, ਸਿਰ 'ਤੇ ਚਿੱਟਾ ਪੱਧਰਾ ਜਿਹਾ ਪਰਨਾ ਹੈ। ਇਸ ਬਜ਼ੁਰਗ ਆਦਮੀ ਦੀ ਆਵਾਜ਼ ਜੋ ਮੇਜਰ ਸਾਹਿਬ ਦੇ ਕੰਨੀ ਪਈ, ਤਕੜਾ ਹੋ, ਸ਼ੇਰਾਂ ਵਾਂਗੂ ਫਿਰ, ਦਿਲ ਨਾ ਛੱਡ। ਇਹੀ 2 ਵਾਰ ਬਚਨ ਹੋਇਆ ਤੇ ਇਹ ਬਜ਼ੁਰਗ ਕਿਤੇ ਅਲੋਪ ਹੋ ਗਿਆ। ਅੱਖੀ ਦਰਸ਼ਨ ਕੀਤੇ, ਕੰਨੀ ਆਵਾਜ਼ ਸੁਣੀ, ਪਰ ਉਹ ਇਸ ਬਜ਼ੁਰਗ ਆਦਮੀ ਨੂੰ ਛੋਹ ਨਾ ਸਕਿਆ। ਮੇਜਰ ਹੈਰਾਨ ਸੀ, ਪਰੇਸ਼ਾਨ ਸੀ ਕਿ ਇਹ ਕੀ ਕੌਤਕ ਵਰਤਿਆ ਹੈ। ਗੋਲੀਆਂ ਤੇ ਬੰਬਾਂ ਦੀ ਵਰਦੀ ਪਛਾੜ ਵਿੱਚ, ਤੇ ਉਹ ਵੀ ਮੇਰੇ ਇਸ ਗੁਪਤ ਮੋਰਚੇ ਵਿੱਚ। ਇਹ ਬਜ਼ੁਰਗ ਕਿੱਥੋਂ ਦਾਖਲ ਹੋ ਗਿਆ? ਕਿੱਧਰੋਂ ਦੀ ਆਇਆ, ਕਿੱਧਰ ਗਿਆ? ਸਮਝ ਨਹੀਂ ਸੀ ਆ ਰਹੀ ਕਿ ਉਸ ਨੂੰ ਕਿਸੇ ਨੇ ਰੋਕਿਆ ਕਿਉਂ ਨਹੀਂ। ਉਹਦੀ ਆਵਾਜ਼ ਤੇ ਦਰਸ਼ਨ ਨਾਲ ਮੈਨੂੰ ਅਥਾਹ ਬਲ ਮਿਲਿਆ ਹੈ, ਹੌਸਲਾ ਬੁਲੰਦ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਤਗੜਾ ਸ਼ੇਰ ਵਰਗਾ ਮਹਿਸੂਸ ਕਰ ਰਿਹਾ ਹਾਂ। ਇਸ ਕੌਤਕ ਦੇ ਬਾਅਦ ਅਕਾਲ ਪੁਰਖ ਨੇ ਅਜਿਹਾ ਭਾਣਾ ਵਰਤਾਇਆ। ਪੂਰੇ ਦਿਨ ਭਰ ਤੋਂ ਬੰਦ ਪਿਆ ਵਾਇਰਲੈਸ ਕੰਟਰੋਲ ਸਿਸਟਮ ਸਾਰਾ ਠੀਕ ਹੋ ਗਿਆ, ਚੱਲ ਪਿਆ। ਮੇਜਰ ਸਾਹਿਬ ਨੇ ਵਾਇਰਲੈਸ ਰਾਹੀਂ ਮੋਰਚਿਆਂ ਵਿੱਚ ਰਾਸ਼ਨ ਅਤੇ ਲੋੜੀਂਦਾ ਅਸਲਾ ਮੰਗਵਾਇਆ। ਜੰਗ ਮੱਧਮ ਹੁੰਦੀ ਨਜ਼ਰ ਆ ਰਹੀ ਸੀ। ਜਿਨ੍ਹਾਂ ਭੈਣਾਂ ਦੇ ਵੀਰ, ਮਾਵਾਂ ਤੇ ਪੁੱਤਰ, ਔਰਤਾਂ ਦੇ ਪਤੀ ਦੇਸ਼ ਕੌਮ ਦੀ ਖਾਤਰ ਭਖਵੇਂ ਮੈਦਾਨ ਵਿੱਚ ਦਿਨ ਰਾਤ ਇੱਕ ਕਰਕੇ ਹਿੱਕਾਂ ਤਾਣ ਕੇ ਖੜੇ ਸਨ, ਦੁਸ਼ਮਣ ਦਾ ਮੁਕਾਬਲਾ ਕਰ ਰਹੇ ਹਨ, ਉਹਨਾਂ ਭੈਣਾਂ ਮਾਵਾਂ ਨੂੰ ਨੀਂਦ ਕਿੱਥੇ? ਇਸ ਘਟਨਾ ਦੇ 5ਵੇਂ ਦਿਨ ਨੂੰ ਫਿਰ ਸੰਗਤ ਮਹਾਂਪੁਰਖਾਂ ਦੇ ਡੇਰੇ ਆਈ। ਇਹਨਾਂ ਵਿੱਚ ਉਹ ਭੈਣ ਵੀ ਸੀ ਜਿਸ ਨੇ ਮੇਜਰ ਸਾਹਿਬ ਦੀ ਸੁੱਖ ਸ਼ਾਂਤੀ ਅਤੇ ਹਿੰਦ ਮੋਰਚਾ ਫਤਿਹ ਕਰਵਾਉਣ ਲਈ ਸੰਤ ਜੀ ਅੱਗੇ ਤਰਲਾ ਮਾਰਿਆ ਸੀ। ਸਵੇਰ ਦੇ 8 ਵਜੇ ਦਾ ਸਮਾਂ ਸੀ। ਸੰਤ ਜੀ ਡੇਰੇ ਤੋਂ ਬਾਹਰ ਸੂਏ ਦੇ ਕੰਢੇ ਢੇਊ ਸਾਹਿਬ ਲੱਗ ਗਏ ਸੰਗਤ ਸਮੇਤ ਬੈਠੇ ਹੋਏ ਸਨ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਦਾਰ ਦਿਆਲ ਸਿੰਘ ਜੀ ਘੁੰਮਣ ਕਲਾਂ ਵਾਲੇ ਪੜ੍ਹ ਰਹੇ ਸਨ। ਪਾਠ ਦੀ ਸਮਾਪਤੀ ਉਪਰੰਤ ਸੰਗਤ ਵੱਲੋਂ ਲਿਆਂਦਾ ਲੰਗਰ ਵਰਤਿਆ। ਬਾਬਾ ਜੀ ਦੇ ਕਹਿਣ 'ਤੇ ਗਿਆਨੀ ਪਿਆਰਾ ਸਿੰਘ ਕੈਲੇ ਕਲਾਂ ਵਾਲੇ ਅਤੇ ਇਸ ਪੁਸਤਕ ਦੇ ਲੇਖਕ ਨੇ ਮਿਲ ਕੇ ਇੱਕ ਸ਼ਬਦ ਪੜ੍ਹਿਆ, ਜਿਸ ਦੀ ਧਾਰਨਾ ਸੀ, ਨੇਹੋ ਤੋੜਿਓ ਨਾ ਜੀ ਗਰੀਬਾਂ ਦਾ, ਮੇਰੇ ਸੱਚਿਆ ਗੁਰੂ ਮਿਹਰਬਾਨਾ, ਨੇਹੋ ਤੋੜਿਓ ਨਾ ਜੀ ਗਰੀਬਾਂ ਦਾ। ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਵਾਲਾ ਸ਼ਬਦ ਪੜ੍ਹਿਆ ਗਿਆ। ਸ਼ਬਦ ਦੀ ਸਮਾਪਤੀ ਦੇ ਸੰਗਤ ਵਿੱਚੋਂ ਇੱਕ ਤਰਲੇ ਭਰੀ, ਥੜਕਦੀ, ਸਿਸਕਦੀ, ਦਿਲ ਚੀਰਵੀਂ ਆਵਾਜ਼ ਬਾਬਾ ਜੀ ਦੇ ਸਨਮੁਖ ਪੇਸ਼ ਹੋਈ। ਇਹ ਇੱਕ ਬਿਰਧ ਮਾਤਾ ਜੋ 60-65 ਸਾਲ ਦੇ ਨੇੜੇ ਸੀ ਅਤੇ ਨਾਲ ਇੱਕ ਹੋਰ ਭੈਣ ਸੀ ਨੇ ਤਰਲਾ ਲੈਂਦਿਆਂ ਬੇਨਤੀ ਕੀਤੀ, ਬਾਬਾ ਜੀ, ਜੰਗ ਤੇ ਹੋਰ ਤੇਜ਼ ਹੋ ਗਈ ਜੇ, ਸਾਨੂੰ ਨੀਂਦ ਨਹੀਂ ਪੈਂਦੀ, ਚਿੰਤਾ ਬਹੁਤ ਹੈ। ਮੇਜਰ ਰਾਮ ਸਿੰਘ ਜੀ ਤੇ ਮਿਹਰ ਰੱਖਿਓ। ਬਿਰਧ ਮਾਤਾ ਦੀਆਂ ਦਿਲ ਦੀਆਂ ਗਹਿਰੀਆਂ ਪਰਤਾਂ ਵਿੱਚੋਂ ਨਿਕਲ ਗਈ ਇਹ ਕਰੁਣਾਮਈ ਆਵਾਜ਼ ਸਾਰੀ ਸੰਗਤ ਨੇ ਸੁਣੀ। ਸੰਗਤ ਵਿੱਚ ਇੱਕਦਮ ਚੁੱਪ ਵਰਤ ਗਈ। ਮਹਾਂਪੁਰਖ ਬਿਲਕੁਲ ਚੁੱਪ ਰਹੇ। ਬਾਬਾ ਜੀ ਨੇ ਬਚਨ ਕੀਤਾ, ਜਪਜੀ ਪੜ੍ਹੋ। ਇੱਕ ਸਿੱਖ ਜਿਸ ਦਾ ਪਿੰਡ ਸ਼ਾਇਦ ਉਦੋਵਾਲ ਹੈ ਜਾਂ ਗੋਦਰਪੁਰ, ਮਾਸਟਰ ਜੀ ਨੇ ਜਪਜੀ ਸਾਹਿਬ ਪੜ੍ਹਿਆ। ਮਹਾਂਪੁਰਖਾਂ ਨੇ ਬਚਨ ਕੀਤਾ, ਅਰਦਾਸ ਕਰੋ। 10 ਪਾਤਸ਼ਾਹੀਆਂ ਦੀ ਅਰਦਾਸ ਹੋਈ। ਬਾਬਾ ਜੀ ਅਤੇ ਸੰਗਤ ਉੱਠ ਕੇ ਚੱਲ ਪਏ। ਚੱਲਦੇ ਚੱਲਦੇ ਬਿਰਧ ਮਾਤਾ ਨੇ ਸੂਏ ਦੇ ਪੁੱਲ ਲਾਗੇ ਜਾ ਕੇ ਫਿਰ ਤਰਲਾ ਲਿਆ, ਬਾਬਾ ਜੀ ਮਿਹਰ ਰੱਖਿਓ। ਬਾਬਾ ਜੀ ਨੇ ਇਸ ਮਾਤਾ ਦਾ ਹੱਥ ਆਪਣੇ ਹੱਥ ਵਿੱਚ ਪਕੜ ਲਿਆ ਤੇ ਬਚਨ ਕੀਤਾ, ਬਾਰ-ਬਾਰ ਕੀ ਆਨੀ ਹੈ? ਉਹ ਕੋਈ ਬੋਲਾ ਤਾਂ ਨਹੀਂ? ਅੱਛਾ, ਜਿੱਦਾਂ ਤੂੰ ਆਨੀ ਹੈ ਖਬਰੇ ਉੱਦਾਂ ਹੀ ਹੋ ਜਾਵੇ। ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ। ਲੰਮੀ ਜਿਹੀ ਆਵਾਜ਼ ਵਿੱਚ ਬਾਬਾ ਜੀ ਨੇ 2 ਵਾਰੀ ਆਖਿਆ। ਵੈਸ਼ਨੋ ਬਿਰਤੀ ਰੱਖੋ, ਗੁਰਦੁਆਰੇ ਜਾਇਆ ਕਰੋ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨੱਕ ਗੋਡਾ ਰਗੜਿਆ ਕਰੋ, ਥਾਂ ਥਾਂ ਨਹੀਂ ਲਿਖਣਾ ਚਾਹੀਦਾ, ਸਿਗਰਟ ਦਾ ਧੂੰਆਂ ਵੀ ਨਹੀਂ ਲੈਣਾ।
ਦਿਲ ਵਿੱਚ ਭਜਨ ਕਰੋ। ਚੱਲਦੇ ਫਿਰਦੇ ਵੀ ਜਪਜੀ ਪੜ੍ਹਦੇ ਰਿਹਾ ਕਰੋ। ਇਸ ਪ੍ਰਕਾਰ ਦੇ ਅਨੇਕਾਂ ਹੀ ਬਚਨ ਬਾਬਾ ਜੀ ਲਗਾਤਾਰ ਉਚਾਰਦੇ ਰਹੇ। ਫਿਰ ਚੁੱਪ ਹੋ ਗਏ। ਕੁਝ ਪਲ ਚੁੱਪ ਹੀ ਰਹੇ। ਸੰਗਤ ਆਲੇ ਦੁਆਲੇ ਖੜੀ ਸੀ। ਬਾਬਾ ਜੀ ਬਚਨ ਕਰਨ ਲੱਗ ਪਏ। ਉਸ ਨੂੰ ਸਾਰਿਆਂ ਦਾ ਹੀ ਫਿਕਰ ਵਾ। ਸਾਰੀਆਂ ਜੀਆਂ ਵਿੱਚ ਜੋਤ ਉਹਦੀ ਹੀ ਹੈ। ਸੰਡਿਆਂ ਦੇ ਸਿੰਘ ਫਸ ਗਏ ਸਨ। ਨਾ ਉਹ ਛੱਡਦਾ ਸੀ, ਨਾ ਉਹ ਛੱਡਦਾ ਸੀ। ਬੜਾ ਖੂਨ ਡੁੱਲਣਾ ਸੀ। ਬਾਬਾ ਵਿੱਚ ਖਲੋ ਗਿਆ। ਬਾਬਾ ਨਾਨਕ ਆਪ ਵਿੱਚ ਖਲੋ ਗਿਆ। ਆਖਰ ਉਹਦੇ ਜੀ ਆ ਸਾਰੇ। ਦੋਵਾਂ ਦਾ ਭਲਾ ਹੋ ਗਿਆ। ਸਾਰਿਆਂ ਦਾ ਭਲਾ ਹੋ ਗਿਆ। ਧਰਮੀ ਫੌਜੀਆਂ ਦੀ ਫਤਿਹ ਹੋਣ ਵਾਲੀ ਹੈ। ਖਬਰਾਂ ਆਈਆਂ ਕਿ ਪਾਕਿਸਤਾਨ ਨੇ ਹਮਲਾ ਕਰਕੇ ਹਿੰਦੁਸਤਾਨ ਦੇ ਰਾਵੀ ਪਾਰ 2 ਕਿਲੋਮੀਟਰ ਹਲਕੇ 'ਤੇ ਕਬਜ਼ਾ ਜਮਾ ਲਿਆ ਹੈ। ਭਾਰਤੀ ਸੈਨਾ ਨੇ ਵੀ ਦਿਲ ਨਹੀਂ ਛੱਡੇ। ਮੇਜਰ ਰਾਮ ਸਿੰਘ ਫੌਜਾਂ ਦੀ ਅਗਵਾਈ ਕਰਦਾ ਹੋਇਆ ਬਾਰ-ਬਾਰ ਸ਼ਿਕਾਰੇ ਛੱਡ ਰਿਹਾ ਸੀ। ਸਤਿ ਸ੍ਰੀ ਅਕਾਲ। ਦੇਸ਼ ਕੌਮ ਦੀ ਖਾਤਰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਮੇਜਰ ਰਾਮ ਸਿੰਘ ਉਸ ਵੇਲੇ ਬੇਹੱਦ ਹੈਰਾਨ ਹੋਇਆ ਜਦੋਂ ਉਸਨੇ ਫੇਰ ਦੂਜੀ ਵਾਰੀ ਉਹੀ ਬਜ਼ੁਰਗ ਖੱਦਰ ਦੇ ਚਿੱਟੇ ਜਿਹੇ ਪਹਿਰਾਵੇ ਵਿੱਚ ਹੱਥ ਵਿੱਚ ਲੰਬਾ ਸੋਟਾ ਫੜੀ ਉਸ ਦੇ ਸਾਹਮਣੇ ਖੜਾ ਹੋਇਆ ਵੇਖਿਆ। ਭਿਆਨਕ ਸਮੇਂ ਵਿੱਚ ਉਹੀ ਬਜ਼ੁਰਗ ਦੁਬਾਰਾ ਮੋਰਚੇ ਵਿੱਚ ਅਚਾਨਕ ਸਾਹਮਣੇ ਵੇਖ ਕੇ ਮੇਜਰ ਸਾਹਿਬ ਸਿਰ ਤੋਂ ਪੈਰਾਂ ਤੱਕ ਕੰਬ ਗਿਆ। ਉਸ ਦੀ ਜ਼ੁਬਾਨ ਜਿਵੇਂ ਬੰਦ ਹੀ ਹੋ ਗਈ ਹੋਵੇ। ਕੁਝ ਬੋਲ ਨਾ ਸਕਿਆ। ਦਰਸ਼ਨ ਜ਼ਰੂਰ ਕਰ ਲਏ। ਕੁਝ ਸੁੱਝ ਨਹੀਂ ਸੀ ਰਿਹਾ। ਮੇਜਰ ਸਾਹਿਬ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ, ਹੈਰਾਨ। ਫਿਰ ਉਹੀ ਬਜ਼ੁਰਗ। 2 ਮਿੰਟ ਤੱਕ ਦੋਵੇਂ ਆਮੋ ਸਾਹਮਣੇ ਖੜੇ ਰਹੇ। ਇਸ ਬਜ਼ੁਰਗ ਆਦਮੀ ਦੇ ਬੋਲ ਜੋ ਇਸ ਵਾਰੀ ਉਸਦੇ ਕੰਨੀ ਪਏ। ਸੰਡਿਆਂ ਦੇ ਸਿੰਘ ਫਸ ਗਏ ਸਨ। ਨਾ ਉਹ ਛੱਡਦਾ ਸੀ, ਨਾ ਉਹ ਛੱਡਦਾ ਸੀ। ਬੜਾ ਖੂਨ ਡੁੱਲਣਾ ਸੀ। ਬਾਬਾ ਵਿੱਚ ਖਲੋ ਗਿਆ। ਬਾਬਾ ਨਾਨਕ ਆਪ ਵਿੱਚ ਖਲੋ ਗਿਆ। ਸਾਰਿਆਂ ਦਾ ਭਲਾ ਹੋ ਗਿਆ। ਧਰਮੀ ਫੌਜੀਆਂ ਦੀ ਫਤਿਹ ਹੋਣ ਵਾਲੀ ਹੈ। ਇੰਨਾ ਕਹਿ ਕੇ ਉਹ ਬਜ਼ੁਰਗ ਪਤਾ ਨਹੀਂ ਕਿੱਧਰ ਲੋਪ ਹੋ ਗਿਆ। ਇਸ ਤੋਂ ਠੀਕ 6 ਦਿਨ ਬਾਅਦ ਦੋਵਾਂ ਦੇਸ਼ਾਂ ਵੱਲੋਂ ਜੰਗਬੰਦੀ ਦਾ ਐਲਾਨ ਹੋਇਆ। ਧਰਮੀ ਫੌਜੀ ਘਰਾਂ ਨੂੰ ਪਰਤਣ ਲੱਗੇ। ਆਪੋ ਆਪਣੀ ਸ਼ਰਧਾ ਅਨੁਸਾਰ ਸਭ ਵੱਲੋਂ ਸੁੱਖੀਆਂ ਸੁੱਖਣਾ ਪੂਰੀਆਂ ਕਰਨ ਲਈ ਕਿਸੇ ਨੇ ਜਗਰਾਤੇ, ਕਿਸੇ ਨੇ ਅਖੰਡ ਪਾਠ ਸਾਹਿਬ ਕਰਵਾਏ, ਦਾਨ ਪੁੰਨ ਹੋਏ। ਪਰਿਵਾਰਕ ਸੁੱਖਣਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਮੇਜਰ ਰਾਮ ਸਿੰਘ ਦੇ ਪਰਿਵਾਰ ਨੇ ਵੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ। ਮੇਜਰ ਸਾਹਿਬ ਦਾ ਪਰਿਵਾਰ ਭਾਵੇਂ ਬਾਬਾ ਜੀ ਦੇ ਡੇਰੇ ਆਉਂਦਾ ਜਾਂਦਾ ਸੀ, ਪਰ ਉਹ ਆਪ ਸਾਧਾ ਸੰਤਾਂ ਵਿੱਚ ਘੱਟ ਹੀ ਵਿਸ਼ਵਾਸ ਰੱਖਦੇ ਸਨ। ਬਾਬਾ ਜੀ ਦੇ ਡੇਰੇ ਨਾ ਤਾਂ ਕਦੀ ਉਹ ਆਪ ਆਏ ਸੀ ਅਤੇ ਨਾ ਹੀ ਉਸਨੇ ਕਦੀ ਸੰਤਾਂ ਦੇ ਦਰਸ਼ਨ ਹੀ ਕੀਤੇ ਸਨ। ਪਰਿਵਾਰਕ ਮੈਂਬਰਾਂ ਦੇ ਕਹਿਣ 'ਤੇ ਪਰਿਵਾਰ ਸਮੇਤ ਅੱਜ ਮੇਜਰ ਸਾਹਿਬ ਬਾਬਾ ਜੀ ਦੇ ਡੇਰੇ ਘੁੰਮਣਾ ਵਿਖੇ ਪਹੁੰਚੇ। ਉਸਨੇ ਵੇਖਿਆ ਛੋਟਾ ਜਿਹਾ ਡੇਰਾ ਹੈ, ਛੋਟਾ ਜਿਹਾ ਕੱਚਾ ਕੋਠਾ ਹੈ। ਇੱਕ ਪਾਸੇ ਵੱਡਾ ਸਾਰਾ ਸਰੋਵਰ ਹੈ। ਡੇਰੇ ਵਿੱਚ 4-5 ਰੁੱਖ ਹਨ। ਡੇਰੇ ਦੇ ਦਰਵਾਜ਼ੇ ਵਿੱਚੋਂ ਇੱਕ ਛੋਟਾ ਜਿਹਾ ਰਸਤਾ ਹੈ ਜਿਸ ਉੱਪਰ ਇੱਕ ਲੰਬਾ ਲੱਕੜੀ ਦਾ ਸੋਟਾ ਰੱਖਿਆ ਹੋਇਆ ਹੈ। ਡੇਰੇ ਵਿਖੇ ਆਉਣ ਵਾਲੇ ਸ਼ਰਧਾਲੂ ਇਸ ਸੋਟੇ ਉੱਪਰੋਂ ਲੰਘ ਕੇ ਹੀ ਅੰਦਰ ਆਉਂਦੇ ਹਨ। ਪਿੱਪਲ ਦੇ ਰੁੱਖ ਹੇਠਾਂ 12-13 ਮਿੱਟੀ ਦੇ ਭਾਂਡਿਆਂ ਵਿੱਚ ਲੱਸੀ ਹੈ। ਸੰਗਤ ਬੈਠੀ ਹੋਈ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਦੇ ਪਾਠ ਚੱਲ ਰਹੇ ਹਨ। ਮਹਿੰਦਰ ਸਿੰਘ ਕੈਲੇ ਕਲਾਂ ਅਤੇ ਪਰਮਜੀਤ ਸਿੰਘ ਵੱਡੇ ਘੁੰਮਣ ਵਾਲੇ ਲੱਸੀ ਵਰਤਾ ਰਹੇ ਹਨ। ਗੁਰਨਾਮ ਸਿੰਘ ਕੈਲੇ, ਸੁਰਜੀਤ ਸਿੰਘ ਘੁੰਮਣ, ਤਸਵੀਰ ਸਿੰਘ ਘੁੰਮਣ, ਨਿਸ਼ਾਨ ਸਿੰਘ ਨਸ਼ਹਿਰਾ ਮੱਝਾ ਸਿੰਘ, ਸੂਰਤਾ ਸਿੰਘ ਬੱਬਰੀ ਨੰਗਲ ਬਾਹਰੋਂ ਖੂਹੀ ਤੋਂ ਜਲ ਕੱਢ ਕੇ ਲਿਆ ਕੇ ਘੜਿਆਂ ਵਿੱਚ ਪਾ ਰਹੇ ਹਨ। ਆਈ ਇਸ ਸੰਗਤ ਵਿੱਚੋਂ ਇੱਕ ਵੀਰ ਨੇ ਪੁੱਛਿਆ, ਬਾਬਾ ਜੀ ਕਿੱਥੇ ਹਨ? ਅੰਦਰ ਨੇ, ਉੱਤਰ ਮਿਲਿਆ। ਬਿਰਧ ਮਾਤਾ, 2 ਹੋਰ ਔਰਤਾਂ, ਇੱਕ ਆਦਮੀ ਤੇ ਮੇਜਰ ਰਾਮ ਸਿੰਘ ਕੱਚੇ ਕੋਠੇ ਵੱਲ ਵਧੇ। ਬਾਬਾ ਜੀ ਤਖਤ ਪੋਸ਼ ਉੱਪਰ ਬੈਠੇ ਹੋਏ ਸਨ। ਜਿਸ ਵੇਲੇ ਮੇਜਰ ਰਾਮ ਸਿੰਘ ਨੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਉਸ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਅੱਖਾਂ ਚੰਗੀ ਤਰ੍ਹਾਂ ਖੋਲ੍ਹ ਕੇ ਵੇਖਿਆ ਤੇ ਪਛਾਣਿਆ ਕਿ ਇਹ ਬਜ਼ੁਰਗ ਆਦਮੀ ਖੱਦਰ ਦੇ ਬਾਣੇ ਵਾਲਾ ਮੇਰੇ ਮੋਰਚੇ ਵਿੱਚ ਭਗਤ ਦੀ ਲੜਾਈ ਵਿੱਚ ਆਉਂਦਾ ਰਿਹਾ ਇਹੀ ਬਜ਼ੁਰਗ ਹੈ, ਜਿਸ ਦੀ ਮਿਹਰ ਕਿਰਪਾ ਦੇ ਬਲ ਸਦਕਾ ਏਡਾ ਵੱਡਾ ਯੁੱਧ ਫਤਿਹ ਹੋਇਆ ਹੈ। ਇਹ ਬਜ਼ੁਰਗ ਨਹੀਂ, ਇਹ ਕੋਈ ਦੇਵਤਾ ਹੈ। ਲੋਕ ਸੱਚ ਆਖਦੇ ਨੇ। ਘੁੰਮਣਾ ਵਾਲਾ ਸਾਧ ਬ੍ਰਹਮ ਗਿਆਨੀ ਹੈ। ਮੈਂ ਭੁੱਲਾ ਹੀ ਰਿਹਾ। ਬ੍ਰਹਮ ਗਿਆਨੀ ਆਪ ਨਿਰੰਕਾਰ
ਕਹਿ ਕੇ ਮੇਜਰ ਸਾਹਿਬ ਦਾ ਮਨ ਫਿਸ ਪਿਆ। ਧੜਮ ਕਰਕੇ ਬਾਬਾ ਜੀ ਦੇ ਚਰਨਾਂ 'ਤੇ ਡਿੱਗ ਪਿਆ। 6.25 ਫੁੱਟ ਲੰਮਾ, ਗੁੰਦਵਾਂ ਭਰਵਾਂ, ਤਕੜੇ ਦਿਲ ਵਾਲੇ ਮੇਜਰ ਸਾਹਿਬ ਦੀਆਂ ਅੱਖਾਂ ਵਿੱਚੋਂ ਇੰਨੇ ਅਥਰੂ ਸ਼ਾਇਦ ਹੀ ਜ਼ਿੰਦਗੀ ਵਿੱਚ ਕਦੇ ਨਿਕਲੇ ਸਨ। ਮੇਜਰ ਸਾਹਿਬ ਦੀਆਂ ਅੱਖਾਂ ਵਿੱਚੋਂ ਨਿਕਲੇ ਪ੍ਰੇਮ ਭਿੱਜੇ ਅਥਰੂਆਂ ਨੇ ਸੰਤ ਜੀ ਦੇ ਚਰਨ ਧੋ ਸੁੱਟੇ। ਬਾਹਰ ਬੈਠੀ ਸੰਗਤ ਵਿੱਚ ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਦੇ ਉੱਚੀ ਉੱਚੀ ਜੈਕਾਰੇ ਗੂੰਜਣੇ ਸ਼ੁਰੂ ਹੋ ਗਏ। ਬਾਬਾ ਜੀ ਨੇ ਮੇਜਰ ਸਾਹਿਬ ਦਾ ਸਿਰ ਉੱਪਰ ਚੁੱਕਿਆ ਤੇ ਉਹ ਸਦਾ ਲਈ ਬਾਬਾ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ। ਉਸ ਦੀ ਪਲਟਨ ਦੇ ਫੌਜੀ ਜਵਾਨ ਅੱਜ ਵੀ ਬਾਬਾ ਜੀ ਦੀ ਬਰਸੀ 'ਤੇ ਛੁੱਟੀ ਲੈ ਕੇ ਹਰ ਸਾਲ ਆਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।